Dear students, I Suresh Kumar, Principal, Government Senior Secondary School, Boys, Guru Sahai, is present for the second part of the lesson Hassan's attendance problem in the course of 10+2 General English. Yesterday, we had discussed the simple and brief summary of the chapter, and now in the second part of this chapter we shall discuss the complete translation of the summary discussed already. Now come to the point. This chapter brings out the idea that our bad habits affect our life even after our studies is over. ਇਹ ਪਾਠ ਸਾਨੂੰ ਇਸ ਵਿਚਾਰ ਦੀ ਜਾਣਕਾਰੀ ਦਿੰਦਾ ਹੈ ਕਿ ਸਾਡੀਆਂ ਬੁਰੀਆਂ ਆਦਤਾਂ ਇੱਥੋਂ ਤੱਕ ਕਿ ਪੜ੍ਹਾਈ ਖਤਮ ਹੋਣ ਤੋਂ ਬਾਅਦ ਵੀ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ. They reflect our future and sometimes ਉਹ ਸਾਡੇ ਭਵਿੱਖ ਤੇ ਪ੍ਰਭਾਵ ਪਾਉਂਦੀਆਂ ਨੇ. And sometimes we have to pay very heavy cost in future. ਤੇ ਭਵਿੱਖ ਦੇ ਵਿੱਚ ਵੀ ਸਾਨੂੰ ਕਈ ਵਾਰੀ ਬਹੁਤ ਵੱਡੀ ਕੀਮਤ ਇਹਨਾਂ ਦੀ ਚੁਕਾਉਣੀ ਪੈਂਦੀ ਹੈ. Bad habits can be alerted through our will power only. ਸਾਡੇ ਸਿਰਫ ਅਸੀਂ ਆਪਣੀ ਇੱਛਾ ਸ਼ਕਤੀ ਨਾਲ ਹੀ ਸਾਡੀਆਂ ਬੁਰੀਆਂ ਆਦਤਾਂ ਨੂੰ ਬਦਲ ਸਕਦੇ ਹਾਂ. So to amend bad habits is not impossible. ਇਸ ਕਰਕੇ ਬੁਰੀਆਂ ਆਦਤਾਂ ਨੂੰ ਜਿਹੜਾ ਹੈ ਬਦਲਣਾ ਜਾਂ ਤਬਦੀਲ ਕਰਨਾ ਇਹ ਅਸੰਭਵ ਨਹੀਂ ਹੈ. In this chapter we learn that ਇਸ ਪਾਠ ਦੇ ਵਿੱਚ ਅਸੀਂ ਪੜ੍ਹਦੇ ਹਾਂ ਸਿੱਖਦੇ ਹਾਂ ਕਿ the writer of the essay is the wife of the owner of IT company. ਕਿ ਵਕਤਾ ਜਿਹੜੀ ਹੈ ਉਹ ਇੱਕ IT ਕੰਪਨੀ ਦੇ ਮਾਲਕ ਦੀ ਪਤਨੀ ਹੈ. She is a teacher, ਇੱਕ ਅਧਿਆਪਕ ਹੈ, and teaches to MCA students. ਤੇ MCA ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਹੈ. She interacted so many students. ਉਸ ਦਾ ਮੇਲ ਜੋਲ ਬਹੁਤ ਸਾਰੇ ਵਿਦਿਆਰਥੀਆਂ ਨਾਲ ਰਿਹਾ. But she could not forget one of his students named Hassan. ਪਰੰਤੂ ਹਸਨ ਨਾਂ ਦੇ ਇੱਕ ਵਿਦਿਆਰਥੀ ਨੂੰ ਉਹ ਆਪਣੇ ਵਿਦਿਆਰਥੀਆਂ ਵਿੱਚੋਂ ਨਹੀਂ ਭੁਲਾ ਸਕੀ. Due to his irregularity in the class, ਉਸ ਦੀ ਕਲਾਸ ਦੇ ਵਿੱਚ ਅਨਿਯਮਿਤਤਾ ਕਰਕੇ his attendance problem was serious. ਉਸ ਦੀ ਹਾਜ਼ਰ ਰਹਿਣ ਦੀ ਸਮੱਸਿਆ ਜਿਹੜੀ ਸੀ ਉਹ ਗੰਭੀਰ ਸੀ. His attendance shortage was brought to the notice of his parents. ਉਸ ਦੀ ਜਿਹੜੀ ਹਾਜ਼ਰ ਰਹਿਣ ਦੀ ਜਾਂ ਹਾਜ਼ਰੀਆਂ ਦੀ ਜਿਹੜੀ ਕਮੀ ਹੈ ਉਹ ਉਸ ਦੇ ਮਾਤਾ ਪਿਤਾ ਦੇ ਧਿਆਨ ਦੇ ਵਿੱਚ ਲਿਆਂਦੀ ਗਈ. Hassan begged his teacher to condone his shortage of lectures. ਹਸਨ ਨੇ ਜਿਹੜਾ ਹੈ ਉਹ ਆਪਣੇ ਅਧਿਆਪਕਾਂ ਦੀ ਮਿਹਨਤ ਕੀਤੀ ਕਿ ਉਸ ਦੀ ਹਾਜ਼ਰੀਆਂ ਦੀ ਕਮੀ ਨੂੰ ਮੁਆਫ ਕਰ ਦੇਵੇ, ਛੱਡ ਦੇਵੇ. He promised his teacher not to be absent in future. ਤੇ ਉਸਨੇ ਆਪਣੇ ਅਧਿਆਪਕ ਦੇ ਨਾਲ ਇਹ ਵਾਅਦਾ ਕੀਤਾ ਕਿ ਉਹ ਭਵਿੱਖ ਦੇ ਵਿੱਚ ਗੈਰ ਹਾਜ਼ਰ ਨਹੀਂ ਰਹੇਗਾ. But he could not improve his habit of remaining absent. ਪਰੰਤੂ ਗੈਰ ਹਾਜ਼ਰ ਰਹਿਣ ਦੀ ਆਦਤ ਨੂੰ ਉਹ ਸੁਧਾਰ ਨਹੀਂ ਸਕਿਆ. He prepared some expected questions. ਤੇ ਕੁਝ ਕੁ ਸੰਭਾਵਿਤ ਪ੍ਰਸ਼ਨਾਂ ਦੀ ਹੀ ਤਿਆਰੀ ਕਰਦਾ ਸੀ.
ਐਂਡ ਸਟੂਡ ਫਸਟ ਇਨ ਦਾ ਕਲਾਸ, ਤੇ ਕਲਾਸ ਦੇ ਵਿੱਚ ਅਵਲ ਰਹਿੰਦਾ ਸੀ। ਸੋ ਹੀ ਵਾਜ ਸਮਥਿੰਗ ਡਿਫਰੈਂਟ ਫਰੋਮ ਅਦਰ ਸਟੂਡੈਂਟਸ, ਇਸ ਲਈ ਉਹ ਦੂਸਰੇ ਵਿਦਿਆਰਥੀਆਂ ਤੋਂ ਕੁਝ ਕੁ ਵੱਖਰਾ ਸੀ। That is why the narrator remembered him, ਇਹੀ ਕਾਰਨ ਸੀ ਕਿ ਅਧਿਆਪਕ ਨੂੰ ਉਹ ਯਾਦ ਰਿਹਾ। He was the only son of his parents, ਉਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਬੇਟਾ ਸੀ। He was a very bright student, ਉਹ ਬਹੁਤ ਹੋਣਹਾਰ ਵਿਦਿਆਰਥੀ ਸੀ। But he hardly ever present in the class, ਪਰੰਤੂ ਕਲਾਸ ਦੇ ਵਿੱਚ ਉਹ ਬੜੀ ਮੁਸ਼ਕਲ ਨਾਲ ਹੀ ਕਦੇ ਹਾਜ਼ਰ ਹੁੰਦਾ ਸੀ। He was seen only during the class tests, ਉਸ ਨੂੰ ਸਿਰਫ ਕਲਾਸ ਦੇ ਵਿੱਚ ਟੈਸਟਾਂ ਦੇ ਸਮੇਂ ਜਾਂ ਫਿਰ ਇਮਤਿਹਾਨਾਂ ਦੇ ਦਿਨਾਂ ਦੇ ਵਿੱਚ ਹੀ ਦੇਖਿਆ ਜਾ ਸਕਦਾ ਸੀ। ਸੋ ਅਨਵਿਲਿੰਗਲੀ, ਇਸ ਕਰਕੇ ਨਾ ਚਾਹੁੰਦੇ ਹੋਏ ਵੀ, she could not say no to condone his shortage of attendance, ਕਿ ਉਸ ਦੀ ਜਿਹੜੀ ਹਾਜ਼ਰੀਆਂ ਦੀ ਕਮੀ ਹੈ ਉਸ ਨੂੰ ਪੂਰਾ ਕਰਨ ਲਈ ਨਾ ਨਹੀਂ ਕਹਿ ਸਕੀ, ਡਿਊ ਟੂ ਹਿਜ ਇੰਟੈਲੀਜੈਂਸ, ਉਸ ਦੀ ਹੋਣਹਾਰਤਾ ਕਰਕੇ। ਬਟ ਸ਼ੀ ਆਲਸੋ ਟੋਲਡ ਹਿਮ ਟੂ ਬੀ ਮੋਰ ਰੈਗੂਲਰ ਐਂਡ ਡਿਸਿਪਲਿਨਡ ਇਨ ਦਾ ਕਲਾਸ, ਪਰੰਤੂ ਉਸਨੇ ਉਸ ਨੂੰ ਕਿਹਾ ਕਿ ਉਹ ਅੱਗੇ ਤੋਂ ਜਮਾਤ ਦੇ ਵਿੱਚ ਜ਼ਿਆਦਾ ਨਿਯਮਤ ਅਤੇ ਅਨੁਸ਼ਾਸਿਤ ਬਣ ਕੇ ਰਹੇ। She did not want to stop such an intelligent and brilliant student for taking examinations, ਉਹ ਨਹੀਂ ਚਾਹੁੰਦੀ ਸੀ ਕਿ ਇਤਨੇ ਹੋਣਹਾਰ ਵਿਅਕਤੀ ਨੂੰ ਅਤੇ ਸ਼ਾਨਦਾਰ ਵਿਦਿਆਰਥੀ ਨੂੰ ਉਹ ਇਮਤਿਹਾਨ ਦੇਣ ਤੋਂ ਰੋਕੇ। As the narrator also did not want to promote his bad habit of remaining absent from the class, ਉਹ ਵਕਤਾ ਨਹੀਂ ਚਾਹੁੰਦੀ ਸੀ ਕਿ ਉਹ ਉਸ ਦੀ ਜਿਹੜੀ ਕਲਾਸ ਦੇ ਵਿੱਚੋਂ ਗੈਰ ਹਾਜ਼ਰ ਰਹਿਣ ਦੀ ਬੁਰੀ ਆਦਤ ਹੈ ਉਸ ਨੂੰ ਅੱਗੇ ਵਧਾਵੇ, ਉਸ ਨੂੰ ਪ੍ਰਮੋਟ ਕਰੇ। She sent for his parents, ਉਸਨੇ ਉਸਦੇ ਮਾਤਾ ਪਿਤਾ ਨੂੰ ਬੁਲਾਵਾ ਭੇਜਿਆ। ਬਟ ਦਾ ਪੇਰੈਂਟਸ ਆਲਸੋ ਐਕਸਪ੍ਰੈਸਡ देयर ਹੈਲਪਲੈਸਨੈਸ ਟੂ ਮੈਂਡ ਦਾ ਵੇਜ ਆਫ देयर ਸਨ, ਪਰੰਤੂ ਮਾਤਾ ਪਿਤਾ ਨੇ ਵੀ ਲਾਚਾਰੀ ਦਰਸਾਈ ਕਿ ਉਹ ਆਪਣੇ ਬੇਟੇ ਦੀਆਂ ਆਦਤਾਂ ਨੂੰ ਨਹੀਂ ਬਦਲ ਸਕਦੇ। His mother told the teacher that Hassan spent all night in listening to music and chatting with his friends. ਉਸ ਦੀ ਮਾਂ ਨੇ ਦੱਸਿਆ ਕਿ ਹਸਨ ਸਾਰੀ ਰਾਤ ਸੰਗੀਤ ਸੁਣਨ ਦੇ ਵਿੱਚ ਅਤੇ ਆਪਣੇ ਵਿਦਿਆਰਥੀਆਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਵਿੱਚ ਸਾਰੀ ਰਾਤ ਬਿਤਾ ਦਿੰਦਾ ਹੈ। So he often woke up late and could not reach college in time, ਇਸ ਕਰਕੇ ਉਹ ਅਮੂਮਨ ਲੇਟ ਉੱਠਦਾ ਹੈ ਤੇ ਕਾਲਜ ਸਮੇਂ ਸਿਰ ਨਹੀਂ ਪਹੁੰਚ ਸਕਦਾ। ਬਟ ਹੀ ਪਾਸਡ ਆਊਟ ਆਫ ਹਿਜ ਕੋਰਸ ਇਨ ਫਰਸਟ ਕਲਾਸ, ਪਰੰਤੂ ਉਸਨੇ ਜਿਹੜਾ ਆਪਣਾ ਕੋਰਸ ਹੈ ਉਹ ਪਹਿਲੇ ਦਰਜੇ ਦੇ ਵਿੱਚ ਅਵਲ ਸ਼੍ਰੇਣੀ ਦੇ ਵਿੱਚ ਪਾਸ ਕੀਤਾ ਸੀ। ਹਸਨ ਵਿਸ਼ਡ ਆਲ ਟੀਚਰਜ਼ ਵਰ ਲਾਈਕ ਹਰ, ਤੇ ਹਸਨ ਦੀ ਵੀ ਇੱਛਾ ਸੀ ਕਿ ਸਾਰੇ ਦੇ ਸਾਰੇ ਅਧਿਆਪਕ ਵਕਤਾ ਵਰਗੇ ਹੁੰਦੇ। ਹੀ ਥੈਂਕਡ ਦਾ ਨਰੇਟਰ ਫਾਰ ਹਰ courteous behavior with him, ਤੇ ਉਸਨੇ ਆਪਣੀ ਜਿਹੜੀ ਅਧਿਆਪਕ ਹੈ ਵਕਤਾ ਹੈ ਉਸ ਦਾ ਧੰਨਵਾਦ ਕੀਤਾ ਕਿ ਉਸਨੇ ਉਸਦੇ ਪ੍ਰਤੀ ਨਿਮਰਤਾ ਪੂਰਵਕ ਵਤੀਰਾ ਅਪਣਾਇਆ ਹੈ। ਹਸਨ ਪਾਰਟਡ ਫਰੋਮ ਦਾ ਨਰੇਟਰ ਐਂਡ ਕੁਡ ਨਾਟ ਬੀ ਸੀਨ ਫਾਰ ਏ ਲੌਂਗ ਟਾਈਮ, ਹਸਨ ਆਪਣੇ ਅਧਿਆਪਕਾਂ ਤੋਂ ਜੁਦਾ ਹੋਇਆ ਤੇ ਬੜੇ ਲੰਬੇ ਸਮੇਂ ਤੱਕ ਜਿਹੜਾ ਅਧਿਆਪਕਾਂ ਨੂੰ ਨਹੀਂ ਮਿਲਿਆ। ਹਾਂ ਬੇਟਾ, ਬਾਕੀ ਕੰਟੀਨਿਊ ਕਰਾਂਗੇ ਜਿਹੜਾ ਸਵੇਰੇ, ਕਿਉਂਕਿ ਲੈਕਚਰ ਕੁਝ ਕੁ ਲੰਬਾ ਹੋ ਗਿਆ ਹੈ ਤੇ ਜਿਹੜਾ WhatsApp ਗਰੁੱਪ ਜਿਹੜਾ ਹੈ ਇਹ ਅਲਾਉ ਨਹੀਂ ਕਰਦਾ ਕਿ ਜ਼ਿਆਦਾ ਜਿਹੜੀ ਲੰਬੀ ਜਿਹੜੀ ਵੀਡੀਓ ਹੈ ਇਸ ਨੂੰ ਅਪਲੋਡ ਕੀਤਾ ਜਾਵੇ। ਤੇ ਮੈਂ ਸੁਰੇਸ਼ ਕੁਮਾਰ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂ ਸਾਹਿਬ, ਤੁਹਾਨੂੰ ਐਡਵਾਈਜ਼ ਕਰਦਾ
ਕਿ ਤੁਸੀਂ ਘਰਾਂ ਦੇ ਵਿੱਚ ਸਟੇ ਹੋਮ, ਸਟੇ ਸੇਫ, ਆਪਣੀ ਪੜ੍ਹਾਈ ਜਾਰੀ ਰੱਖੋ। ਤੇ ਆ ਸਕੂਲ ਦੇ ਚੈਨਲ ਦੇ ਉੱਤੇ ਇਸ ਨੂੰ ਅਪਲੋਡ ਕਰਾਇਆ ਜਾ ਰਿਹਾ ਹੈ ਜਿਹੜਾ ਲੈਕਚਰ ਨੂੰ, ਤੇ ਤੁਸੀਂ ਵੱਡੀ ਗਿਣਤੀ ਦੇ ਵਿੱਚ, ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਆਪਣੇ ਸਕੂਲ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੇਰੇ ਇਸ ਲੈਕਚਰ ਨੂੰ ਸ਼ੇਅਰ ਕਰੋ, ਲਾਈਕ ਕਰੋ ਤੇ ਆਪਣੀ ਯਾਰਾਂ ਦੋਸਤਾਂ ਤੱਕ ਵੱਧ ਤੋਂ ਵੱਧ ਗਿਣਤੀ ਵਿੱਚ ਭੇਜੋ, so that the other students of 10+2 may do good in their coming examinations, and it will be beneficial for their bright future. Thank you very much. Okay.